ओके ओके बच्चे, गुड मॉर्निंग टू ऑल। कल ਆਪਾਂ क्वेश्चंस कर रहे ਸੀਗੇ NCERT क्वेश्चंस ਤੇ ਉਹਦੇ ਵਿੱਚ ਟੈਕਸਟ ਬੁੱਕ ਐਕਸਰਸਾਈਜ਼ ਦੇ 4th ਤੱਕ MCQs ਵੀ ਹੈਵ ਡਨ। ਟੁਡੇ ਵੀ ਆਰ ਗੋਇੰਗ ਟੂ ਸਟਾਰਟ ਵਿਦ ਕੁਐਸਚਨ ਨੰਬਰ 5। ਠੀਕ ਹੈ, ਯੂ ਆਰ ਗਿਵਨ ਅ ਹੈਮਰ। ਕੁਐਸਚਨ ਨੰਬਰ 5 ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਇੱਕ ਹੈਮਰ ਆ, ਇੱਕ ਬੈਟਰੀ ਆ, ਇੱਕ ਬਲਬ ਆ, ਵਾਇਰਸ ਆ, ਸਵਿਚ ਆ। ठीक है, इन्ना सारा कुछ हैगा। हाउ कुड यू यूज दैम टू डिस्टिंग्विश बिटवीन सैंपल्स ऑफ मैटल्स एंड नॉन मैटल्स। ठीक है, ਤੁਸੀਂ ਮੈਟਲਸ ਤੇ ਨॉन ਮੈਟਲਸ ਦੇ ਵਿੱਚ ਡਿਫਰੈਂਸ਼ੀਏਟ ਕਰਨਾ ਐਂਡ ਤੁਹਾਡੇ ਕੋਲ ਜੋ ਵੀ ਇਹ ਸਮਾਨ ਦਿੱਤਾ ਹੋਇਆ ਹੈਗਾ ਹੈਮਰ, ਬੈਟਰੀ, ਬਲਬ, ਵਾਇਰ ਤੇ ਸਵਿਚ, ਇਹਨਾਂ ਦਾ ਯੂਜ਼ ਕਰਕੇ ਤੁਸੀਂ ਕਰਨਾ ਹੈਗਾ ਡਿਸਟਿੰਗੁਇਸ਼। ਠੀਕ ਹੈ, ਵੈਸੇ ਤਾਂ ਤੁਹਾਨੂੰ ਮੈਟਲ ਨॉन ਮੈਟਲ ਦੇ ਡਿਫਰੈਂਸ ਫਿਜ਼ੀਕਲੀ ਵੀ ਪਤਾ ਹੈ, ਕੈਮੀਕਲੀ ਵੀ ਪਤਾ ਹੈ। ਠੀਕ ਹੈ, ਬਟ ਇਹਨਾਂ ਚੀਜ਼ਾਂ ਦਾ ਯੂਜ਼ ਕਰਕੇ ਕਿਵੇਂ ਡਿਸਟਿੰਗੁਇਸ਼ ਕਰੋਗੇ। ਐਂਡ ਬੀ ਪਾਰਟ ਆਫ ਕੁਐਸਚਨ ਹੈ ਕਿ ਆਪਾਂ ਯੂਜ਼ਫੁਲਨੈਸ ਦੱਸਣੀ ਹੈ ਇਹਨਾਂ ਟੈਸਟ ਦੀ ਕੀ ਆ, ਵੀ ਕਿਵੇਂ ਯੂਜ਼ਫੁਲ ਆ ਮੈਟਲ ਤੇ ਨॉन ਮੈਟਲ ਨੂੰ ਡਿਸਟਿੰਗੁਇਸ਼ ਕਰਨ ਲਈ। ਠੀਕ ਹੈ, ਹੁਣ ਤੁਸੀਂ ਦੇਖੋ ਵੀ ਮੈਟਲਸ ਆ ਜਿਹੜੀਆਂ ਉਹਨਾਂ ਨੂੰ ਆਪਾਂ ਥਿਨ ਸ਼ੀਟਸ ਦੇ ਵਿੱਚ ਬੀਟ ਕਰ ਸਕਦੇ ਹਾਂ ਵਿਦਆਊਟ ਬ੍ਰੇਕਿੰਗ, ਬਿਨਾਂ ਤੋੜੇ। ਠੀਕ ਹੈ, ਨॉन ਮੈਟਲਸ ਆ ਜਿਹੜੀਆਂ ਉਹਨਾਂ ਨੂੰ ਆਪਾਂ ਥਿਨ ਸ਼ੀਟਸ ਦੇ ਵਿੱਚ ਨਹੀਂ ਕਰ ਸਕਦੇ ਬੀਟ, ਬਿਕੋਜ਼ ਉਹ ਬ੍ਰਿਟਲ ਹੁੰਦੀਆਂ। ਜਦੋਂ ਆਪਾਂ ਹੈਮਰ ਕਰਨ ਦੀ ਕੋਸ਼ਿਸ਼ ਕਰਾਂਗੇ, ਬ੍ਰਿਟਲ ਦਾ ਮਤਲਬ ਹੁੰਦਾ ਵੀ ਉਹ ਪੀਸਿਸ ਦੇ ਵਿੱਚ ਬ੍ਰੇਕ ਹੋ ਜਾਂਦੀਆਂ, ਟੁੱਟ ਜਾਂਦੀਆਂ। ਠੀਕ ਹੈ ਜੀ, ਮੈਟਲਸ ਮੈਲੇਬਲ ਹੁੰਦੀਆਂ ਵੀ ਆਪਾਂ ਇਹਨਾਂ ਦੀਆਂ ਸ਼ੀਟਸ ਬਣਾ ਸਕਦੇ ਹਾਂ। ਨॉन ਮੈਟਲਸ ਆ ਜਿਹੜੀਆਂ ਉਹ ਨॉन ਮੈਲੇਬਲ ਹੁੰਦੀਆਂ, ਆਪਾਂ ਇਹਨਾਂ ਦੀਆਂ ਸ਼ੀਟਸ ਨਹੀਂ ਬਣਾ ਸਕਦੇ। ਐਂਡ ਜਦੋਂ ਤੁਸੀਂ ਮੈਟਲਸ ਨੂੰ ਕਨੈਕਟ ਕਰੋਗੇ ਇੱਕ ਸਰਕਿਟ ਦੇ ਵਿੱਚ ਬੈਟਰੀ, ਬਲਬ, ਵਾਇਰਸ ਵਗੈਰਾ ਯੂਜ਼ ਕਰਕੇ, ਸਵਿਚ ਲਗਾ ਕੇ, ਤਾਂ ਆਪਾਂ ਨੂੰ ਪਤਾ ਮੈਟਲਸ ਗੁੱਡ ਕੰਡਕਟਰ ਹੁੰਦੀਆਂ ਇਲੈਕਟ੍ਰਿਸਿਟੀ ਦੀਆਂ। ਕਰੰਟ ਜਿਹੜਾ ਸਰਕਿਟ ਦੇ ਵਿੱਚੋਂ ਦੀ ਪਾਸ ਕਰੇਗਾ ਤੇ ਬਲਬ ਗਲੋ ਕਰੇਗਾ। ਠੀਕ ਹੈ, ਨॉन ਮੈਟਲਸ ਆ ਜਿਹੜੀਆਂ ਉਹ ਜਦੋਂ ਕਨੈਕਟ ਕਰਦੇ ਆ ਆਪਾਂ, ਤਾਂ ਬਲਬ ਜਿਹੜਾ ਹੈਗਾ ਉਹ ਲਾਈਟ ਅਪ ਨਹੀਂ ਕਰੇਗਾ। ਮੈਟਲਸ ਗੁੱਡ ਕੰਡਕਟਰ ਆ ਤੇ ਨॉन ਮੈਟਲਸ ਬੈਡ ਕੰਡਕਟਰ ਆ। ਠੀਕ ਹੈ ਜੀ, ਗੁੱਡ ਕੰਡਕਟਰ ਹੋਣ ਕਰਕੇ ਉਸ ਕੇਸ ਦੇ ਵਿੱਚ ਜਿਹੜਾ ਬਲਬ ਆ ਉਹ ਜਗੇਗਾ, ਗਲੋ ਕਰੇਗਾ। ਤੇ ਜਿਹੜਾ ਨॉन ਮੈਟਲ ਦਾ ਕੇਸ ਆ ਉਹਦੇ ਵਿੱਚ ਬਲਬ ਗਲੋ ਨਹੀਂ ਕਰੇਗਾ ਕਿਉਂਕਿ ਕਰੰਟ ਨਹੀਂ ਪਾਸ ਹੋ ਰਿਹਾ। ਸਮਝ ਆ ਗਈ ਸਾਰਿਆਂ ਨੂੰ? ਯੈਸ ਮੈਮ। ਹੈਮਰ ਦਾ ਯੂਜ਼ ਕਰਕੇ ਆਪਾਂ ਸਟ੍ਰਾਈਕ ਕਰਕੇ ਦੇਖਾਂਗੇ। ਠੀਕ ਹੈ, ਉਹਨਾਂ ਨੂੰ ਥਿਨ ਸ਼ੀਟ 'ਚ ਬੀਟ ਕਰਕੇ ਦੇਖ ਸਕਦੇ ਹਾਂ। ਤੇ ਜਿਹੜਾ ਆਪਣੇ ਕੋਲ ਬੈਟਰੀ ਵਗੈਰਾ ਹੈਗੀ ਆ ਉਹਦਾ ਸਰਕਿਟ ਬਣਾ ਕੇ ਆਪਾਂ ਬਲਬ ਔਨ ਆਫ ਕਰਕੇ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਵੈਦਰ ਇਟ ਇਜ਼ ਅ ਮੈਟਲ ਔਰ ਨॉन ਮੈਟਲ। ਹੁਣ ਉਹਨਾਂ ਨੇ ਕਿਹਾ ਹੈਗਾ ਯੂਜ਼ਫੁਲਨੈਸ ਦੱਸਣੀ ਹੈ ਇਹਨਾਂ ਦੀ, ਵੀ ਮੈਟਲ ਨॉन ਮੈਟਲ ਦੇ ਵਿੱਚ ਆਪਾਂ ਡਿਸਟਿੰਗੁਇਸ਼ ਕਿਵੇਂ ਕਰ ਸਕਦੇ ਹਾਂ, ਹਨਾ। ਮੈਲੇਬਿਲਿਟੀ ਕਰਕੇ ਜਿਹੜੀਆਂ ਮੈਟਲਸ ਆ ਉਹਨਾਂ ਨੂੰ ਆਪਾਂ ਸ਼ੀਟਸ ਦੇ ਵਿੱਚ ਕਾਸਟ ਕਰ ਸਕਦੇ ਹਾਂ। ਠੀਕ ਹੈ, ਮਤਲਬ ਕਿ ਮੈਟਲਸ ਤੋਂ ਆਪਾਂ ਸ਼ੀਟ ਬਣਾ ਸਕਦੇ ਹਾਂ ਤੇ ਮੈਟਲਸ ਗੁੱਡ ਕੰਡਕਟਰ ਹੁੰਦੀਆਂ। ਇਸ ਕਰਕੇ ਇਹਨਾਂ ਦੀ ਯੂਜ਼ਫੁਲਨੈਸ ਇਹ ਹੈ ਕਿ ਇਹਨਾਂ ਨੂੰ ਆਪਾਂ ਇਲੈਕਟ੍ਰੀਕਲ ਕੇਬਲਸ ਬਣਾਉਣ ਲਈ, ਮਤਲਬ ਕਿ ਜਿਹੜੀਆਂ ਤਾਰਾਂ ਬਣਦੀਆਂ ਬਿਜਲੀ ਪਾਸ ਕਰਨ ਵਾਸਤੇ, ਉਹਨਾਂ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਠੀਕ ਹੈ ਜੀ, ਨੈਕਸਟ ਰਾਜੇ 6th ਕੁਐਸਚਨ ਇਜ਼ ਵੈਰੀ ਇੰਪੋਰਟੈਂਟ ਕਿ ਐਮਫੋਟੈਰਿਕ ਆਕਸਾਈਡ ਕੀ ਹੁੰਦੇ ਆ। ਇਹ ਤੁਹਾਨੂੰ ਮੈਂ ਐਕਸਟਰਾ ਪੈਰਾਗ੍ਰਾਫ ਜਿਹੜਾ ਪੁਆਇੰਟਸ ਟੂ ਰਿਮੈਂਬਰ ਵਾਲਾ ਦਿੱਤਾ ਹੁੰਦਾ ਚੈਪਟਰ 'ਚ, ਉਹਦੇ 'ਚ ਵੀ ਕਰਵਾਇਆ ਸੀ, ਹੈ ਨਾ। 2 ਐਗਜ਼ਾਮਪਲਸ ਆਪਾਂ ਐਮਫੋਟੈਰਿਕ ਆਕਸਾਈਡਸ ਦੀਆਂ ਦੇਣੀਆਂ ਹੈਗੀਆਂ। ਤਾਂ ਇਹਦੇ ਵਿੱਚ ਜਿਹੜੇ ਮੈਟਲ ਆਕਸਾਈਡ ਬੇਸਿਕ ਤੇ ਐਸਿਡਿਕ ਬਿਹੇਵੀਅਰ ਨੂੰ ਸ਼ੋ ਕਰਦੇ ਆ। ਠੀਕ ਹੈ, ਮਤਲਬ ਬੇਸ ਦੀ ਤਰ੍ਹਾਂ ਵੀ ਬਿਹੇਵ ਕਰਦੇ ਆ, ਐਸਿਡ ਦੀ ਤਰ੍ਹਾਂ ਵੀ ਬਿਹੇਵ ਕਰਦੇ ਆ, ਡਿਪੈਂਡਿੰਗ ਅਪੋਨ ਦਾ ਸਿਚੁਏਸ਼ਨ, ਜਿਹੜੀ ਸਿਚੁਏਸ਼ਨ 'ਚ ਉਹ ਹੁੰਦੇ ਆ ਉਹਦੇ ਅਕੋਰਡਿੰਗ। ਤਾਂ ਉਹਨਾਂ ਨੂੰ ਆਪਾਂ ਐਮਫੋਟੈਰਿਕ ਆਕਸਾਈਡ ਕਹਿੰਦੇ ਆ। ਇਹਦੇ ਵਿੱਚ ਬੱਚੇ ਐਲੂਮੀਨੀਅਮ ਆਕਸਾਈਡ ਤੇ ਜ਼ਿੰਕ ਆਕਸਾਈਡ ਆ ਜਿਹੜੇ, ਉਹ ਐਮਫੋਟੈਰਿਕ ਆਕਸਾਈਡ ਆ। ਠੀਕ ਹੈ, ਐਲੂਮੀਨੀਅਮ ਆਕਸਾਈਡ ਨੂੰ ਜਦੋਂ ਤੁਸੀਂ ਕਿਸੇ ਐਸਿਡ ਨਾਲ ਰਿਐਕਟ ਕਰਾਓਗੇ, ਜਿਵੇਂ ਕਿ HCl ਨਾਲ ਰਿਐਕਟ ਕਰਵਾਓਗੇ, HCl ਹੁੰਦਾ ਹਾਈਡਰੋਕਲੋਰਿਕ ਐਸਿਡ, ਜਿਹੜਾ ਕਿ ਬਹੁਤ ਸਟਰੋਂਗ ਐਸਿਡ ਆ। ਜਦੋਂ ਤੁਸੀਂ ਇਹਦੇ ਨਾਲ ਰਿਐਕਟ ਕਰਦੇ ਆ ਤੇ ਇਹ ਆਪਣੇ ਆਪ ਬੇਸ ਦੀ ਤਰ੍ਹਾਂ ਬਿਹੇਵ ਕਰਦਾ। ਤੇ ਫਸਟ ਚੈਪਟਰ ਵਿੱਚ ਆਪਾਂ ਕੀਤਾ ਸੀ ਵੀ ਜਦੋਂ ਐਸਿਡ ਬੇਸ ਦੇ ਨਾਲ ਰਿਐਕਟ ਕਰਦਾ ਤਾਂ ਇੱਕ ਤਾਂ ਸਾਡੇ ਕੋਲ ਸਾਲਟ ਫਾਰਮ ਹੁੰਦਾ, ਇੱਕ ਵਾਟਰ ਫਾਰਮ ਹੁੰਦਾ। ਠੀਕ ਹੈ ਜੀ, ਤਾਂ ਆਪਣੇ ਕੋਲ ਦੇਖੋ ਇੱਕ ਤਾਂ AlCl3 ਐਲੂਮੀਨੀਅਮ ਕਲੋਰਾਈਡ ਫਾਰਮ ਹੁੰਦਾ, ਨਾਲ ਇਹਦੇ H2O ਵਾਟਰ ਫਾਰਮ ਹੁੰਦਾ। ਠੀਕ ਹੈ ਜੀ, ਨੈਕਸਟ ਆਪਣੇ ਕੋਲ ਹੈਗਾ ਐਲੂਮੀਨੀਅਮ ਆਕਸਾਈਡ। ਉਹ ਜਦੋਂ ਕਿਸੇ ਬੇਸ ਨਾਲ ਰਿਐਕਟ ਕਰਦਾ, NaOH ਦੇ ਨਾਲ ਰਿਐਕਟ ਕਰਦਾ। ਠੀਕ ਹੈ, ਤਾਂ ਆਪਣੇ ਕੋਲ ਕੀ ਹੈਗਾ NaAlO2 ਸੋਡੀਅਮ ਐਲੂਮੀਨੇਟ ਫਾਰਮ ਹੁੰਦਾ ਵਿਚ ਇਜ਼ ਅ ਸਾਲਟ, ਤੇ ਨਾਲ ਇਹਦੇ ਵਾਟਰ ਫਾਰਮ ਹੁੰਦਾ। ਮਤਲਬ ਕਿ ਹੁੰਦਾ ਤਾਂ ਜਦੋਂ ਵੀ ਇਹ ਕਿਸੇ ਐਸਿਡ ਨਾਲ ਰਿਐਕਟ ਕਰੂਗਾ ਤਾਂ ਇਹ ਬੇਸ ਬਣ ਜਾਊਗਾ, ਤੇ ਐਸਿਡ ਤੇ ਬੇਸ ਦੀ ਨਿਊਟਰਲਾਈਜੇਸ਼ਨ ਰਿਐਕਸ਼ਨ ਹੁੰਦੀ ਆ, ਤੇ ਸਾਲਟ ਤੇ ਵਾਟਰ ਫਾਰਮ ਹੁੰਦੇ ਆ, ਹਨਾ। ਜਦੋਂ ਇਹ ਕਿਸੇ ਬੇਸ ਨਾਲ ਰਿਐਕਟ ਕਰਦਾ ਤਾਂ ਇਹ ਆਪਣੇ ਆਪ ਐਸਿਡ ਵਾਂਗੂ ਬਿਹੇਵ ਕਰਦਾ, ਤੇ ਫਿਰ ਇਹ ਸਾਲਟ ਤੇ ਵਾਟਰ ਹੀ ਫਾਰਮ ਕਰਦਾ। ਬਟ ਦੋਨਾਂ ਕੇਸਿਸ ਦੇ ਵਿੱਚ ਜਿਹੜੇ ਸਾਲਟ ਫਾਰਮ ਹੁੰਦੇ ਆ ਉਹ ਵੀ ਡਿਫਰੈਂਟ ਹੁੰਦੇ ਆ। ਹੁਣ ਨੈਕਸਟ ਆਪਾਂ ਜ਼ਿੰਕ ਆਕਸਾਈਡ ਦੀ ਐਗਜ਼ਾਮਪਲ ਲਈ ਆ। ਜ਼ਿੰਕ ਆਕਸਾਈਡ ਜਦੋਂ HCl ਨਾਲ ਰਿਐਕਟ ਕਰਦਾ ਤਾਂ ਜ਼ਿੰਕ ਕਲੋਰਾਈਡ ਫਾਰਮ ਹੁੰਦਾ।
which is a salt, ਨਾਲ ਇਹਦੇ ਵਾਟਰ ਰਿਲੀਜ਼ ਹੋ ਰਿਹਾ ਤੇ ਜ਼ਿੰਕ ਆਕਸਾਈਡ ਜਦੋਂ ਆਪਣੇ ਕੋਲ NaOH ਦੇ ਨਾਲ ਰਿਐਕਟ ਕਰਦਾ ਤਾਂ ਸਾਡੇ ਕੋਲ Na2ZnO2 ਸੋਡੀਅਮ ਜ਼ਿੰਕੇਟ ਫਾਰਮ ਹੁੰਦਾ ਤੇ ਵਾਟਰ ਫਾਰਮ ਹੁੰਦਾ। ਸਾਰਿਆਂ ਨੂੰ ਇਹ ਕੁਐਸਚਨ ਸਮਝ ਆ ਗਿਆ? ਐਕਸਪਲੇਨੇਸ਼ਨ ਦੇ ਵਿੱਚ ਵੀ ਮੈਂ ਕਰਵਾਇਆ ਹੋਇਆ ਹੈ। ਹਾਂਜੀ ਬੱਚਿਓ ਸੁਣ ਰਹੇ ਹੋ? यस मैम। ਪਤਾ ਲੱਗ ਗਿਆ ਬੱਚੇ ਰਿਐਕਸ਼ਨ ਦਾ? यस मैम। ਜੇ ਕਿਸੇ ਨੂੰ ਨਹੀਂ ਪਤਾ ਲੱਗਾ ਮੈਂ ਬੋਰਡ ਤੇ ਦੱਸ ਦੂੰਗੀ ਦੁਬਾਰਾ। ਓਕੇ ਮੈਮ। ਹਾਂਜੀ ਇੱਕ ਵਾਰ ਰੀਡ ਕਰ ਲਓ, ਜੇ ਫਿਰ ਵੀ ਕੋਈ ਕਨਫਿਊਜ਼ਨ ਹੈ ਮੈਨੂੰ ਪੁੱਛ ਲਓ। ਹਾਂਜੀ ਨੈਕਸਟ ਕੁਐਸਚਨ ਤੇ ਮੂਵ ਔਨ ਕਰੀਏ। ਯੈਸ ਮੈਮ। ਨੈਕਸਟ 7th ਕੁਐਸਚਨ ਦੇਖੋ, ਨੇਮ ਟੂ ਮੈਟਲਸ, ਦੋ ਮੈਟਲਸ ਦਾ ਨਾਮ ਦੱਸਣਾ ਆਪਾਂ ਵਿਚ ਵਿਲ ਡਿਸਪਲੇਸ ਹਾਈਡਰੋਜਨ ਫਰੋਮ ਡਿਲੂਟ ਐਸਿਡ। ਠੀਕ ਹੈ, ਜਿਹੜੀਆਂ ਮੈਟਲਸ ਆ ਜਿਹੜੀਆਂ ਉਹ ਡਿਸਪਲੇਸ ਕਰਨਗੀਆਂ ਹਾਈਡਰੋਜਨ ਡਿਲੂਟ ਐਸਿਡ ਤੋਂ, ਤੇ ਦੋ ਮੈਟਲਸ ਦੱਸਣੀਆਂ ਜਿਹੜੀਆਂ ਡਿਸਪਲੇਸ ਨਹੀਂ ਕਰਨਗੀਆਂ। ਤਾਂ ਇਹਦਾ ਇੱਕ ਬੇਸਿਕ ਲੌਜਿਕ ਆ ਬੱਚੇ, ਆਨਸਰ ਵਿੱਚ ਉਹਨਾਂ ਨੇ ਲਿਖਿਆ ਕਿ ਜਿਹੜੀਆਂ ਅਬਵ ਹਾਈਡਰੋਜਨ ਹੁੰਦੀਆਂ ਉਹ ਡਿਸਪਲੇਸ ਕਰਦੀਆਂ ਹਾਈਡਰੋਜਨ ਨੂੰ ਡਿਲੂਟ ਐਸਿਡ ਤੋਂ, ਤੇ ਜਿਹੜੀਆਂ ਬਿਲੋ ਹਾਈਡਰੋਜਨ ਹੁੰਦੀਆਂ ਉਹ ਡਿਸਪਲੇਸ ਨਹੀਂ ਕਰਦੀਆਂ। ਠੀਕ ਹੈ, ਤਾਂ ਜਿਹੜੀਆਂ ਅਬਵ ਆ ਉਹਨਾਂ ਵਿੱਚ ਉਹਨਾਂ ਨੇ ਸੋਡੀਅਮ ਤੇ ਮੈਗਨੀਸ਼ੀਅਮ ਦਾ ਨਾਮ ਲਿਖਿਆ, ਇਹ ਡਿਸਪਲੇਸ ਕਰਨਗੀਆਂ ਹਾਈਡਰੋਜਨ ਨੂੰ, ਮਤਲਬ ਰਿਲੀਜ਼ ਹੋਊਗੀ ਹਾਈਡਰੋਜਨ ਜਦੋਂ ਇਹ ਮੈਟਲਸ ਰਿਐਕਟ ਕਰਨਗੀਆਂ ਐਸਿਡ ਦੇ ਨਾਲ। ਠੀਕ ਹੈ, ਤੇ ਜਿਹੜੀਆਂ ਬਿਲੋ ਹਾਈਡਰੋਜਨ ਆ ਜਿਵੇਂ ਕਾਪਰ ਸਿਲਵਰ, ਇਹ ਆਪਾਂ ਨੂੰ ਪਤਾ ਨੇਟਿਵ ਸਟੇਟ 'ਚ ਮਿਲਦੀਆਂ, ਆਪਾਂ ਨੂੰ ਫ੍ਰੀ ਸਟੇਟ 'ਚ ਮਿਲਦੀਆਂ, ਤਾਂ ਇਸ ਕਰਕੇ ਇਹ ਡਿਸਪਲੇਸ ਨਹੀਂ ਕਰਨਗੀਆਂ ਹਾਈਡਰੋਜਨ ਡਿਲੂਟ ਐਸਿਡ ਤੋਂ। ਠੀਕ ਹੈ ਜੀ। ਦੈਨ ਆਪਣੇ ਕੋਲ ਨੈਕਸਟ ਕੁਐਸਚਨ ਹੈ ਕਿ ਇਲੈਕਟ੍ਰੋਲਿਟਿਕ ਰਿਫਾਈਨਿੰਗ ਆਪਾਂ ਕਰਦੇ ਹਾਂ ਕਿਸੇ ਮੈਟਲ M ਦੀ, ਤਾਂ ਵਟ ਵੁੱਡ ਯੂ ਟੇਕ ਐਜ਼ ਐਨੋਡ, ਕੈਥੋਡ ਐਂਡ ਦਾ ਇਲੈਕਟ੍ਰੋਲਾਈਟ। ਠੀਕ ਹੈ ਜੀ, ਤਾਂ ਜਦੋਂ ਤੁਸੀਂ ਰਿਫਾਈਨਿੰਗ ਕਰਨੀ ਆ, ਮੈਂ ਤੁਹਾਨੂੰ ਲਾਸਟ ਤੇ ਟੌਪਿਕ ਵੀ ਇੱਕ ਕਰਵਾਇਆ ਸੀਗਾ, ਤੁਹਾਡੀ ਕਲਾਸ ਨੂੰ ਕਰਵਾਇਆ ਸੀ ਕਿ ਕਿਸੇ ਹੋਰ ਨੂੰ? ਦੂਜੀ ਕਲਾਸ ਨੂੰ ਕਰਾਇਆ ਸੀ ਦੂਸਰੀ ਮੈਮ। ਕਲਾਸ ਨੂੰ ਕਰਵਾਇਆ ਸੀ ਆਈ ਥਿੰਕ। ਹਾਂ ਮੈਂ ਤੁਹਾਨੂੰ ਵੀ ਰਿਪੀਟ ਕਰਵਾਉਂਗੀ। ਤਾਂ ਇਹਦੇ ਵਿੱਚ ਇਲੈਕਟ੍ਰੋਲਿਟਿਕ ਰਿਫਾਈਨਿੰਗ ਜਦੋਂ ਵੀ ਆਪਾਂ ਕਰਦੇ ਆ, ਰਿਫਾਈਨਿੰਗ ਦਾ ਮਤਲਬ ਹੁੰਦਾ ਬੱਚੇ ਵੀ ਜਿਹੜੀ ਚੀਜ਼ ਆਪਣੇ ਕੋਲ ਜਿਵੇਂ 95% ਪਿਓਰ ਆ, ਆਪਾਂ ਨੂੰ ਹੋਰ ਪਿਓਰਿਟੀ ਦੇਣੀ ਹੈ, ਮਤਲਬ 99% ਪਿਓਰ ਕਰਨਾ ਜਾਂ ਆਲਮੋਸਟ 100% ਹੀ ਪਿਓਰ ਕਰਨਾ। ਉਹਨੂੰ ਪਿਓਰ ਕਰਨ ਲਈ ਜਿਹੜਾ ਮੈਥਡ ਯੂਜ਼ ਕਰਦੇ ਆ ਉਹਨੂੰ ਰਿਫਾਈਨਿੰਗ ਕਹਿੰਦੇ ਆ। ਇਲੈਕਟ੍ਰੋਲਿਟਿਕ ਹੁੰਦਾ ਜਦੋਂ ਆਪਾਂ ਬਿਜਲੀ ਪਾਸ ਕਰਦੇ ਆ, ਇਲੈਕਟ੍ਰਿਸਿਟੀ ਦਾ ਯੂਜ਼ ਕਰਦੇ ਆ। ਤਾਂ ਉਹ ਕਹਿੰਦਾ ਵੀ ਇਹਦੇ ਵਿੱਚ ਐਨੋਡ, ਕੈਥੋਡ ਤੇ ਇਲੈਕਟ੍ਰੋਲਾਈਟ ਕਿਹੜੇ ਲਾਉਂਗੇ। ਠੀਕ ਹੈ, ਤਾਂ ਉਹ ਮੈਂ ਤੁਹਾਨੂੰ ਸੈੱਲ ਸ਼ੋ ਕਰਦੀ ਹਾਂ ਕੁਐਸਚਨਸ ਕਰਨ ਤੋਂ ਬਾਅਦ, ਤੇ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਐਨੋਡ ਕੈਥੋਡ ਦਾ ਕੀ ਮਤਲਬ ਹੁੰਦਾ ਹੈ। ਐਨੋਡ ਤੇ ਕੈਥੋਡ ਦੋ ਇਲੈਕਟ੍ਰੋਡ ਹੁੰਦੇ ਆ ਜਿਹੜੇ ਆਪਣੇ ਕੋਲ ਬੈਟਰੀ ਦੇ ਨਾਲ ਕਨੈਕਟਡ ਹੁੰਦੇ ਆ। ਠੀਕ ਹੈ, ਤੇ ਇਲੈਕਟ੍ਰੋਲਾਈਟ ਇਹਦੇ ਵਿੱਚ ਮੈਟਲ ਦਾ ਸਾਲਟ ਸੋਲਿਊਸ਼ਨ ਹੁੰਦਾ, ਮਤਲਬ ਜਿਹੜਾ ਆਪਾਂ ਵਿੱਚ ਕੋਈ ਵੀ ਸੋਲਿਊਸ਼ਨ ਐਡ ਕਰਦੇ ਆ, ਜਿਵੇਂ ਮੰਨ ਲਓ ਆਪਾਂ ਐਨੋਡ ਤੇ ਕੈਥੋਡ ਜਿਹੜੇ ਹੈਗੇ ਆ ਹਨਾ, ਉਹ ਆਪਾਂ ਐਡ ਕੀਤੇ ਆ ਕਾਪਰ ਦੇ, ਤੇ ਕਾਪਰ ਸਲਫੇਟ ਦਾ ਅਗਰ ਆਪਾਂ ਸੋਲਿਊਸ਼ਨ ਲਵਾਂਗੇ, ਠੀਕ ਹੈ, ਕਾਪਰ ਸਲਫੇਟ ਦਾ ਅਗਰ ਆਪਾਂ ਸੋਲਿਊਸ਼ਨ ਲਵਾਂਗੇ ਤਾਂ ਉਹ ਸਾਡੇ ਕੋਲ ਇਲੈਕਟ੍ਰੋਲਾਈਟ ਹੋਏਗਾ। ਠੀਕ ਹੈ, ਫਿਲਹਾਲ ਤੁਸੀਂ ਇਹ ਸਮਝਣਾ ਵੀ ਜਿਹੜਾ ਪਿਓਰ ਮੈਟਲ ਆ ਉਹਨੂੰ ਅਸੀਂ ਕੈਥੋਡ ਬਣਾਉਂਦੇ ਆ, ਇੰਪਿਓਰ ਮੈਟਲ ਨੂੰ ਐਨੋਡ ਬਣਾਉਂਦੇ ਆ, ਤੇ ਮੈਟਲ ਦੇ ਸਾਲਟ ਸੋਲਿਊਸ਼ਨ ਨੂੰ ਇਲੈਕਟ੍ਰੋਲਾਈਟ ਬਣਾਉਂਦੇ ਆ। ਇਹਦਾ ਮੈਂ ਪੂਰਾ ਸੈੱਲ ਤੁਹਾਨੂੰ ਕਰਵਾਉਣੀ ਹੈ। ਠੀਕ ਹੈ, ਨੈਕਸਟ ਆਪਣੇ ਕੋਲ ਹੈਗਾ 9th ਕੁਐਸਚਨ ਕਿ ਪ੍ਰਤਿਊਸ਼ ਜਿਹੜਾ ਹੈਗਾ ਉਹ ਸਲਫਰ ਪਾਊਡਰ ਉਹਨੇ ਇੱਕ ਸਪੈਚੂਲਾ ਤੇ ਲਿਆ। ਸਪੈਚੂਲਾ ਬੱਚੇ ਜਿਵੇਂ ਸਪੂਨ ਵਰਗੀ ਚੀਜ਼ ਹੁੰਦੀ ਹੈ, ਲੈਬ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਚਮਚੇ ਵਰਗੀ ਚੀਜ਼, ਬਟ ਉਹਨੂੰ ਆਪਾਂ ਸਪੂਨ ਨਹੀਂ ਕਹਿੰਦੇ, ਸਪੈਚੂਲਾ ਕਹਿੰਦੇ ਆ। ਠੀਕ ਹੈ, ਤੇ ਲੈਬ ਦੇ ਵਿੱਚ ਆਪਾਂ ਸਪੈਚੂਲਾ ਦਾ ਯੂਜ਼ ਕਰਕੇ ਹੀ ਕੋਈ ਵੀ ਸਾਲਟ ਜਿਹੜਾ ਉਹ ਲੈਂਦੇ ਆ, ਕਿਉਂਕਿ ਕਈ ਵਾਰ ਹੈਂਡ ਦੇ ਨਾਲ ਰਿਐਕਸ਼ਨ ਹੋ ਜਾਂਦੀ ਆ ਸਕਿਨ ਦੇ ਨਾਲ। ਤਾਂ ਪ੍ਰਤਿਊਸ਼ ਨੇ ਸਲਫਰ ਪਾਊਡਰ ਜਿਹੜਾ ਸਪੈਚੂਲਾ ਤੇ ਲਿਆ ਤੇ ਉਹਨੂੰ ਹੀਟ ਕੀਤਾ। ਠੀਕ ਹੈ, ਤੇ ਉਹਨੇ ਜਿਹੜੀ ਵੀ ਗੈਸ ਆਪਣੇ ਕੋਲ ਪ੍ਰੋਡਿਊਸ ਹੋਈ ਹੀਟ ਕਰਨ ਦੇ ਨਾਲ, ਗਰਮ ਕਰਨ ਦੇ ਨਾਲ, ਉਹਨੂੰ ਉਹਨੇ ਕਲੈਕਟ ਕਰ ਲਿਆ ਬਾਈ ਇਨਵਰਟਿੰਗ ਅ ਟੈਸਟ ਟਿਊਬ ਓਵਰ ਇਟ। ਉਹਦੇ ਉੱਪਰ ਇੱਕ ਟੈਸਟ ਟਿਊਬ ਨੂੰ ਪੁੱਠਾ ਕਰਕੇ ਰੱਖਤਾ, ਦੇਖੋ ਇਹਨਾਂ ਨੇ ਡਾਇਗਰਾਮ ਵੀ ਸ਼ੋ ਕੀਤੀ ਹੋਈ ਆ। ਤਾਂ ਉਹ ਕਹਿੰਦਾ ਵਟ ਵਿਲ ਬੀ ਦ ਐਕਸ਼ਨ ਆਫ ਗੈਸ ਔਨ ਡਰਾਈ ਲਿਟਮਸ ਪੇਪਰ। ਠੀਕ ਹੈ ਜੀ, ਤੇ ਜਿਹੜੇ ਮਤਲਬ ਕਿ ਆਪਣੇ ਕੋਲ ਡਰਾਈ ਲਿਟਮਸ ਪੇਪਰ ਤੇ ਕੀ ਐਕਸ਼ਨ ਹੋਏਗਾ ਗੈਸ ਦਾ,
ਮੋਇਸਟ ਲਿਟਮਸ ਪੇਪਰ ਤੇ ਕੀ ਐਕਸ਼ਨ ਹੋਏਗਾ ਤੇ ਆਪਾਂ ਬੈਲੈਂਸਡ ਕੈਮੀਕਲ ਇਕੁਏਸ਼ਨ ਲਿਖਣੀ ਹੈ ਇਹਦੇ ਲਈ। ਡਰਾਈ ਲਿਟਮਸ ਪੇਪਰ ਤੇ ਤਾਂ ਕੋਈ ਐਕਸ਼ਨ ਨਹੀਂ ਹੋਏਗਾ, ਠੀਕ ਹੈ, ਇਸ ਗੈਸ ਦਾ। ਕਿਉਂ? ਕਿਉਂਕਿ ਇਹ ਸਲਫਰ ਡਾਈਆਕਸਾਈਡ ਆ। ਜਦੋਂ ਆਪਾਂ ਸਲਫਰ ਨੂੰ ਹੀਟ ਕਰਾਂਗੇ ਇਨ ਦਾ ਪ੍ਰੈਜ਼ੈਂਸ ਆਫ ਆਕਸੀਜਨ ਤਾਂ ਸਲਫਰ ਡਾਈਆਕਸਾਈਡ ਪ੍ਰੋਡਿਊਸ ਹੁੰਦੀ ਹੈ। ਸਲਫਰ ਡਾਈਆਕਸਾਈਡ ਆ ਜਿਹੜੀ, ਇਹ ਡਰਾਈ ਲਿਟਮਸ ਪੇਪਰ ਨਾਲ ਕੋਈ ਰਿਐਕਟ ਨਹੀਂ ਕਰੇਗੀ। ਬਟ ਜਦੋਂ ਸਲਫਰ ਡਾਈਆਕਸਾਈਡ ਮੋਇਸਟ ਲਿਟਮਸ ਪੇਪਰ ਨਾਲ ਰਿਐਕਟ ਕਰਦੀ ਹੈ, ਮੋਇਸਟ ਹੁੰਦਾ ਜਿਹੜਾ ਗਿੱਲਾ ਜਿਹਦੇ 'ਚ ਥੋੜਾ ਜਿਹਾ ਪਾਣੀ ਹੈ, ਠੀਕ ਹੈ, ਤਾਂ ਰੈੱਡ ਹੋ ਜਾਂਦਾ। ਕਿਉਂ ਰੈੱਡ ਹੋ ਜਾਂਦਾ? ਕਿਉਂਕਿ H2O ਤੇ SO2 ਰਿਐਕਟ ਕਰਕੇ H2SO3 ਸਲਫਿਊਰਸ ਐਸਿਡ ਬਣਾਉਂਦੇ ਆ, ਠੀਕ ਹੈ ਜੀ। ਤਾਂ ਸਲਫਿਊਰਸ ਐਸਿਡ ਆ ਜਿਹੜਾ, ਇਹ ਐਸਿਡ ਆ, ਐਸਿਡ ਆਪਾਂ ਨੂੰ ਪਤਾ ਬਲੂ ਨੂੰ ਰੈੱਡ ਕਰੇਗਾ, ਇਸ ਕਰਕੇ ਜਿਹੜਾ ਮੋਇਸਟ ਲਿਟਮਸ ਪੇਪਰ ਆ ਉਹ ਰੈੱਡ ਹੋ ਜਾਂਦਾ। ਸਮਝ ਆ ਗਿਆ ਬੱਚੇ ਸਾਰਿਆਂ ਨੂੰ ਇਹ ਕੁਐਸਚਨ? ਯੈਸ ਮੈਮ। ਇੱਕ ਵਾਰ ਰੀਡ ਆਊਟ ਕਰ ਲਓ, ਠੀਕ ਹੈ, then we will move on to the next question. Done, ma'am. Okay. Then ਆਪਣੇ ਕੋਲ two ways are to prevent the rusting of iron. ਇਹ ਤਾਂ ਤੁਸੀਂ ਪਤਾ ਹੀ ਹੈ ਤੁਹਾਨੂੰ, ਹੈ ਨਾ, ਪੇਂਟ ਕਰਕੇ, ਗੈਲਵੇਨਾਈਜ਼ ਕਰਕੇ। ਤੇ ਜਦੋਂ ਆਪਾਂ ਬੱਚੇ ਗੈਲਵੇਨਾਈਜ਼ ਕਰਦੇ ਆ ਤਾਂ ਆਪਾਂ ਕਿਹੜੀ ਮੈਟਲ ਦੇ ਨਾਲ ਕੋਟ ਕਰਦੇ ਆ? ਜ਼ਿੰਕ ਮੈਮ। ਜ਼ਿੰਕ ਦੇ ਨਾਲ। ਓਕੇ, ਦੈਨ ਆਪਣੇ ਕੋਲ ਹੈਗਾ ਨੈਕਸਟ ਕੁਐਸਚਨ, ਵਟ ਟਾਈਪ ਆਫ ਆਕਸਾਈਡਸ ਆਰ ਫਾਰਮਡ ਵੈਨ ਨॉन ਮੈਟਲਸ ਕੰਬਾਈਨ ਵਿਦ ਆਕਸੀਜਨ। ਬੱਚੇ ਮੈਟਲ ਦੇ ਆਕਸਾਈਡ ਜਦੋਂ ਕੰਬਾਈਨ ਕਰਦੇ ਆ ਤਾਂ ਉਹ ਮੈਟਲ ਆਕਸਾਈਡਸ ਦੀ ਨੇਚਰ ਕੀ ਹੁੰਦੀ ਹੈ? ਕੋਈ ਬੱਚਾ ਦੱਸ ਸਕਦਾ? What is the nature of metal oxides? ਐਸਿਡਿਕ ਜਾਂ ਨਿਊਟਰਲ ਮੈਮ? ਨਹੀਂ ਬੱਚੇ, ਨॉन ਮੈਟਲਸ ਦੀ ਹੁੰਦੀ ਆ। ਮੈਟਲ ਬੇਸਿਕ ਆਕਸਾਈਡ ਬਣਾਉਂਦੇ ਆ ਜਿਹੜੇ ਰੈੱਡ ਨੂੰ ਬਲੂ ਕਰਦੇ ਆ, ਨॉन ਮੈਟਲ ਆ, ਠੀਕ ਹੈ। ਨॉन ਮੈਟਲਸ ਕੰਬਾਈਨ ਕਰਦੀਆਂ ਆਕਸੀਜਨ ਦੇ ਨਾਲ ਤੇ ਐਸਿਡਿਕ ਜਾਂ ਨਿਊਟਰਲ ਆਕਸਾਈਡ ਬਣਾਉਂਦੀਆਂ, ਠੀਕ ਹੈ। ਜਿਵੇਂ ਸਲਫਰ ਆਕਸੀਜਨ ਨਾਲ ਰਿਐਕਟ ਕਰਦਾ, ਸਲਫਰ ਡਾਈਆਕਸਾਈਡ ਇੱਕ ਐਸਿਡਿਕ ਆਕਸਾਈਡ ਆ। ਕਿਉਂ? ਲਾਸਟ ਆਪਾਂ ਰਿਐਕਸ਼ਨ ਇੱਥੇ ਦੇਖੀ ਸੀਗੀ, ਹੈ ਨਾ, SO2 H2O ਨਾਲ ਰਿਐਕਟ ਕਰਕੇ H2SO3 ਬਣਾਉਂਦਾ ਹੈਗਾ ਜਿਹੜਾ ਕਿ ਸਲਫਿਊਰਸ ਐਸਿਡ ਆ। ਸੋ ਇਹਦਾ ਮਤਲਬ ਜਿਹੜਾ ਨॉन ਮੈਟਲ ਸਲਫਰ ਦਾ ਆਕਸਾਈਡ ਆ ਉਹ ਐਸਿਡਿਕ ਆ, ਠੀਕ ਹੈ। ਬਟ ਜਿਹੜਾ ਵਾਟਰ ਆ, ਜਿਵੇਂ ਹਾਈਡਰੋਜਨ ਤੇ ਆਕਸੀਜਨ ਮਿਲ ਕੇ ਬਣਾਉਂਦੇ ਆ, ਤਾਂ ਵਾਟਰ ਜਿਹੜਾ ਹੈਗਾ ਨਿਊਟਰਲ ਆ। ਮਤਲਬ ਨਿਊਟਰਲ ਦਾ ਮਤਲਬ ਹੁੰਦਾ ਨਾ ਐਸਿਡ ਆ ਨਾ ਬੇਸ ਆ, ਠੀਕ ਹੈ ਜੀ। ਦੈਨ ਆਪਣੇ ਕੋਲ 12th ਕੁਐਸਚਨ ਆ। 12th ਕੁਐਸਚਨ ਦੇ ਵਿੱਚ ਕਾਫੀ ਸਾਰੇ ਸਬ ਪਾਰਟਸ ਆ। ਤਾਂ ਇਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਪਲੈਟੀਨਮ, 골ਡ ਤੇ ਸਿਲਵਰ ਨੂੰ ਆਪਾਂ ਜਿਊਲਰੀ ਬਣਾਉਣ ਲਈ ਯੂਜ਼ ਕਰਦੇ ਆ। ਤੁਸੀਂ ਮੈਨੂੰ ਦੱਸ ਸਕਦੇ ਆ ਕਿਉਂ ਬਣਾਉਂਦੇ ਆ ਆਪਾਂ ਇਹਦੀ ਜਿਊਲਰੀ? ਇਹ ਮੈਮ ਲੈਸ ਰਿਐਕਟਿਵ ਹੁੰਦੇ ਆ। ਲੈਸ ਰਿਐਕਟਿਵ ਆ, ਠੀਕ ਹੈ, ਤੇ ਮੈਲੇਬਲ ਆ, ਡਕਟਾਈਲ ਆ। ਆਪਾਂ ਡਿਜ਼ਾਇਰਡ ਸ਼ੇਪ ਦੇ ਵਿੱਚ ਇਹਨਾਂ ਨੂੰ ਢਾਲ ਸਕਦੇ ਆ, ਮੋਲਡ ਕਰ ਸਕਦੇ ਆ, ਠੀਕ ਹੈ। ਨੈਕਸਟ ਇਹਦੇ ਵਿੱਚ ਤੁਸੀਂ ਇਹਨਾਂ ਨੇ ਨਹੀਂ ਲਿਖਿਆ ਹੋਇਆ, ਦੇਖੋ ਇਹਨਾਂ ਨੇ ਤਾਂ ਸਿਰਫ ਇਹੀ ਲਿਖਿਆ ਹੋਇਆ ਮੈਲੇਬਲ ਤੇ ਡਕਟਾਈਲ, ਹਾਈਲੀ ਰੈਜ਼ਿਸਟੈਂਟ ਟੂ ਕਰੋਜਨ। ਤੁਸੀਂ ਇਹਦਾ ਲਸਟਰਸ ਵੀ ਲਿਖ ਸਕਦੇ ਆ। ਲਸਟਰਸ ਮਤਲਬ ਕਿ ਇਹਨਾਂ ਦੀ ਚਮਕ ਹੁੰਦੀ ਹੈ, ਠੀਕ ਹੈ। ਚਮਕਦੀਆਂ ਚੀਜ਼ਾਂ ਸੋਹਣੀਆਂ ਲੱਗਦੀਆਂ, ਦੈਟਸ ਵਾਈ ਆਪਾਂ ਇਹਨਾਂ ਨੂੰ ਜੁਐਲਰੀ ਬਣਾਉਣ ਲਈ ਯੂਜ਼ ਕਰਦੇ ਹਾਂ। ਨੈਕਸਟ ਹੈਗਾ ਸੋਡੀਅਮ, ਪੋਟਾਸ਼ੀਅਮ ਤੇ ਲਿਥੀਅਮ ਨੂੰ ਆਪਾਂ ਅੰਡਰ ਆਇਲ ਕਿਉਂ ਸਟੋਰ ਕਰਦੇ ਹਾਂ? ਅੰਡਰ ਆਇਲ ਕਿਉਂ ਸਟੋਰ ਕਰਦੇ ਆ ਇਹ ਵੀ ਤੁਹਾਨੂੰ ਪਤਾ ਹੀ ਹੈ, ਪਹਿਲਾਂ ਵੀ ਆਪਾਂ ਕੁਐਸਚਨ ਕੱਲ ਕੀਤਾ ਸੀ। ਵੈਰੀ ਰਿਐਕਟਿਵ ਹੁੰਦੀਆਂ, ਫਾਇਰ ਇਹਨਾਂ ਨੂੰ ਮਤਲਬ ਕਿ ਅੱਗ ਲੱਗ ਜਾਂਦੀ ਹੈ ਜਦੋਂ 에ਅਰ ਦੇ ਵਿੱਚ ਐਕਸਪੋਜ਼ ਕਰਦੇ ਆ, ਤੇ ਹਾਈ ਰਿਐਕਟਿਵਿਟੀ ਤੇ ਲੋ ਇਗਨੀਸ਼ਨ ਟੈਂਪਰੇਚਰ ਕਰਕੇ ਅਸੀਂ ਇਹਨਾਂ ਨੂੰ ਆਇਲ ਦੇ ਅੰਡਰ ਸਟੋਰ ਕਰਦੇ ਹਾਂ। ਇਗਨੀਸ਼ਨ ਟੈਂਪਰੇਚਰ ਦਾ ਜੇ ਕੀ ਹੁੰਦਾ? ਇਗਨੀਸ਼ਨ ਟੈਂਪਰੇਚਰ ਉਹ ਟੈਂਪਰੇਚਰ ਹੁੰਦਾ ਹੈਗਾ ਜਿਹਦੇ ਤੇ ਕੋਈ ਵੀ ਚੀਜ਼ ਬਰਨ ਕਰਨਾ ਸਟਾਰਟ ਕਰਦੀ ਹੈ, ਠੀਕ ਹੈ। ਦੈਨ ਆਪਣੇ ਕੋਲ ਹੈਗਾ ਐਲੂਮੀਨੀਅਮ। ਐਲੂਮੀਨੀਅਮ ਇੱਕ ਹਾਈਲੀ ਰਿਐਕਟਿਵ ਮੈਟਲ ਆ। ਐਲੂਮੀਨੀਅਮ ਜਿਹੜੀ ਆ ਬਹੁਤ ਜਲਦੀ ਰਿਐਕਟ ਕਰਦੀ ਆ, ਤੇ ਆਪਾਂ ਇਹਨੂੰ ਫਿਰ ਵੀ ਯੂਟੈਂਸਿਲ, ਭਾਂਡੇ ਬਣਾਉਣ ਲਈ ਕਿਉਂ ਯੂਜ਼ ਕਰਦੇ ਆ? ਇਹ ਵੀ ਆਪਾਂ ਬਹੁਤ ਵਾਰ ਚੀਜ਼ ਡਿਸਕਸ ਕਰ ਲਈ ਹੈ ਵੀ ਐਲੂਮੀਨੀਅਮ ਜਿਹੜੀ ਆ ਨॉन ਰਿਐਕਟਿਵ ਲੇਅਰ ਫਾਰਮ ਕਰਦੀ ਹੈ ਐਲੂਮੀਨੀਅਮ ਆਕਸਾਈਡ ਦੀ ਆਪਣੇ ਸਰਫੇਸ ਤੇ। ਇਹ ਲੇਅਰ ਜਿਹੜੀ ਆ ਫਰਦਰ ਕਰੋਜ਼ਨ ਆਫ ਐਲੂਮੀਨੀਅਮ ਨੂੰ ਰੋਕਦੀ ਹੈ, ਇਸ ਕਰਕੇ ਐਲੂਮੀਨੀਅਮ ਨੂੰ ਅਸੀਂ ਕੁਕਿੰਗ ਯੂਟੈਂਸਿਲ ਬਣਾਉਣ ਲਈ ਯੂਜ਼ ਕਰ ਦਿੰਦੇ ਹਾਂ, ਠੀਕ ਹੈ ਜੀ। ਨੈਕਸਟ ਉਹਨਾਂ ਨੇ ਕਿਹਾ ਕਾਰਬੋਨੇਟ ਤੇ ਸਲਫਾਈਡ ਓਰ ਆ ਜਿਹੜੇ, ਉਹਨਾਂ ਨੂੰ ਅਸੀਂ ਆਕਸਾਈਡ 'ਚ ਕਨਵਰਟ ਕਰਦੇ ਹਾਂ ਡਿਊਰਿੰਗ ਦਾ ਪ੍ਰੋਸੈਸ ਆਫ ਐਕਸਟ੍ਰੈਕਸ਼ਨ, ਠੀਕ ਹੈ। ਜਦੋਂ ਅਸੀਂ ਮਤਲਬ ਕਿ ਓਰ ਤੋਂ, ਸੌਰੀ, ਮਿਨਰਲ ਤੋਂ ਅਸੀਂ ਡਿਫਰੈਂਟ
ਐਕਸਟ੍ਰੈਕਟ ਕਰਨਾ ਹੁੰਦਾ ਹੈਗਾ ਮੈਟਲ ਨੂੰ, ਤਾਂ ਅਸੀਂ ਪਹਿਲਾਂ ਕਾਰਬੋਨੇਟ ਤੇ ਸਲਫਾਈਡ ਓਰ ਨੂੰ ਆਕਸਾਈਡ ਚ ਕਨਵਰਟ ਕਰਦੇ ਆ, ਫਿਰ ਉਹਨਾਂ ਦੀ ਰਿਡਕਸ਼ਨ ਕਰਦੇ ਆ। ਆਪਾਂ ਕੀਤਾ ਵੀ ਸੀ ਨਾ ਕੈਲਸੀਨੇਸ਼ਨ ਤੇ ਰੋਸਟਿੰਗ ਵਾਲਾ। ਉਹ ਕਹਿੰਦਾ ਵੀ ਇਹਦਾ ਆਨਸਰ ਦੇਖੋ, ਇਟ ਇਜ਼ ਈਜ਼ੀਅਰ ਟੂ ਰਿਡਿਊਸ ਅ ਮੈਟਲ ਆਕਸਾਈਡ ਇਨਟੂ ਫ੍ਰੀ ਮੈਟਲ। ਇੱਕ ਮੈਟਲ ਆਕਸਾਈਡ ਨੂੰ ਰਿਡਿਊਸ ਕਰਨਾ ਫ੍ਰੀ ਮੈਟਲ ਚ ਜ਼ਿਆਦਾ ਈਜ਼ੀ ਹੁੰਦਾ ਹੈ ਐਜ਼ ਕੰਪੇਅਰ ਟੂ ਕਾਰਬੋਨੇਟ ਤੇ ਸਲਫਾਈਡ ਡਾਇਰੈਕਟਲੀ। ਠੀਕ ਹੈ, ਇਸ ਕਰਕੇ ਅਸੀਂ ਕੀ ਕਰਦੇ ਹਾਂ, ਪਹਿਲਾਂ ਅਸੀਂ ਓਬਟੇਨ ਕਰਦੇ ਹਾਂ ਮੈਟਲ ਫਰੋਮ ਮੈਟਲ ਆਕਸਾਈਡ ਓਬਟੇਨ ਕਰਦੇ ਹਾਂ ਕਾਰਬੋਨੇਟ ਤੇ ਸਲਫਾਈਡ ਓਰ ਤੋਂ, ਤੇ ਦੈਨ ਉਹਨੂੰ ਅਸੀਂ ਕਨਵਰਟ ਕਰਦੇ ਹਾਂ ਮੈਟਲ ਦੇ ਵਿੱਚ। ਪਹਿਲਾਂ ਕੈਲਸੀਨੇਸ਼ਨ ਤੇ ਰੋਸਟਿੰਗ ਕਰਕੇ ਅਸੀਂ ਜਿਹੜੇ ਸਲਫਾਈਡ ਜਾਂ ਕਾਰਬੋਨੇਟ ਆ ਉਹਨਾਂ ਨੂੰ ਆਕਸਾਈਡ ਚ ਕਨਵਰਟ ਕਰ ਦਿੰਦੇ ਆ। ਫਿਰ ਆਪਾਂ ਇੱਕ ਪ੍ਰੋਸੈਸ ਕੀਤਾ ਸੀ ਰਿਡਕਸ਼ਨ ਜਾਂ ਸਮੈਲਟਿੰਗ ਕਹਿੰਦੇ ਸੀ ਉਹਨੂੰ, ਜਿਹਦੇ ਚ ਅਸੀਂ ਕਾਰਬਨ ਦੇ ਨਾਲ ਹੀਟ ਕਰਦੇ ਸੀ। ਠੀਕ ਹੈ, ਤੇ ਉਹਦੇ ਵਿੱਚ ਫਿਰ ਅਸੀਂ ਕੀ ਕਰਦੇ ਆ, ਮਤਲਬ ਕਿ ਉਹਨੂੰ ਮੈਟਲ ਦੇ ਵਿੱਚ ਕਨਵਰਟ ਕਰਦੇ ਆ ਮੈਟਲ ਆਕਸਾਈਡ ਨੂੰ। ਕਲੀਅਰ ਹੋ ਗਿਆ ਬੱਚੇ? ਫੋਰਥ ਪਾਰਟ ਸਾਰਿਆਂ ਨੂੰ, ਡੀ ਪਾਰਟ Yes, ਕਲੀਅਰ ਹੋ ਗਿਆ? ma'am. ਓਕੇ, ਦੈਨ ਆਪਣੇ ਕੋਲ 13th ਕੁਐਸਚਨ ਆ ਕਿ ਯੂ ਮਸਟ ਹੈਵ ਸੀਨ tarnished copper vessels being cleaned with lemon or tamarind juice। ਜੇ ਰਜੀ ਪਿੰਡਾਂ ਵਿੱਚ ਦੇਖਿਆ ਹੋਵੇ ਤਾਂ ਆਪਣੇ ਪੁਰਾਣੇ ਘਰੇ ਪਏ ਹੁੰਦੇ ਆ ਪਿੱਤਲ ਦੇ ਭਾਂਡੇ। ਠੀਕ ਹੈ, ਤੇ ਜਦੋਂ ਦੀਵਾਲੀ ਵਗੈਰਾ ਹੁੰਦੀ ਆ ਤੇ ਆਪਾਂ ਸਾਰੇ ਉਹ ਸਾਫ਼ ਕਰਦੇ ਆ, ਜਾਂ ਵੈਸੇ ਪਿੱਤਲ ਦੀ ਕੜਾਈ ਹੁੰਦੀ ਆ ਉਹਨੂੰ ਆਪਾਂ ਸਾਫ਼ ਕਰਦੇ ਆ, ਜਾਂ ਤਾਂ ਨਿੰਬੂ ਨਾਲ ਜਾਂ ਉਹਦੇ ਚ ਲੱਸੀ ਪਾ ਕੇ ਰੱਖ ਦਿੰਦੇ ਆ। ਆਈ ਡੋਂਟ ਨੋ ਤੁਸੀਂ ਇਹ ਚੀਜ਼ ਦੇਖੀ ਆ ਕਿ ਨਹੀਂ, ਬਟ ਮੈਂ ਆਪਦੇ ਬਚਪਨ ਚ ਜ਼ਰੂਰ ਦੇਖੀ ਆ, ਹੈ ਨਾ? ਦੇਖੀ ਹੈ ਕਿਸੇ ਨੇ ਪਿੱਤਲ ਦੇ ਭਾਂਡੇ ਦੇਖੇ ਆ? Yes, Yes, ma'am. ma'am. ਹਾਂਜੀ, ਤੇ ਉਹਨਾਂ ਨੂੰ ਲੱਸੀ ਜਾਂ ਲੈਮਨ ਦੇ ਨਾਲ ਆਪਾਂ ਜਾਂ ਇਮਲੀ ਦੇ ਜੂਸ ਨਾਲ ਕਿਉਂ ਸਾਫ਼ ਕਰਦੇ ਆ? ਕਿਉਂਕਿ ਉਹਨਾਂ ਦੀ ਜਿਹੜੀ ਚਮਕ ਆ ਹਨਾ ਉਹ ਖਰਾਬ ਹੋ ਜਾਂਦੀ ਹੈ ਥੋੜੇ ਟਾਈਮ ਬਾਅਦ, ਤੇ ਜਦੋਂ ਆਪਾਂ ਇਹ ਸੋਰ ਸਬਸਟਾਂਸ ਖੱਟੇ ਸਬਸਟਾਂਸ ਯੂਜ਼ ਕਰਦੇ ਆ, ਠੀਕ ਹੈ, ਤਾਂ ਉਹਨਾਂ ਦੇ ਵਿੱਚ ਐਸਿਡ ਹੁੰਦਾ। ਇਹ ਐਸਿਡ ਕੀ ਕਰਦਾ ਹੈਗਾ, ਜਿਹੜੀ ਕਾਪਰ ਆਕਸਾਈਡ ਦੀ ਜਾਂ ਕਾਪਰ ਬੇਸਿਕ ਕਾਪਰ ਕਾਰਬੋਨੇਟ ਦੀ ਲੇਅਰ ਉਹਨਾਂ ਦੇ ਉੱਪਰ ਪ੍ਰੈਜ਼ੈਂਟ ਹੁੰਦੀ ਆ, ਹਨਾ, ਉਹਨੂੰ ਠੀਕ ਕਰ ਦਿੰਦੀ, ਉਹਨੂੰ ਡਿਜ਼ੋਲਵ ਕਰ ਦਿੰਦੀ ਆ, ਤੇ ਉਹਦਾ ਜਿਹੜਾ ਸ਼ਾਈਨਿੰਗ ਰੈੱਡ ਬਰਾਊਨ ਸਰਫੇਸ ਆ ਉਹ ਅਗੇਨ ਰੀਅਪੀਅਰ ਹੋ ਜਾਂਦਾ। ਠੀਕ ਹੈ ਜੀ, ਇਹ ਵੀ ਕਾਫੀ ਇੰਪੋਰਟੈਂਟ ਚੀਜ਼ ਆ। ਕਲੀਅਰ ਹੈ? Yes, ma'am. ਹਾਂਜੀ, ਨੈਕਸਟ ਕਰਵਾ ਦਿਆਂ ਕੁਐਸਚਨ ਜਾਂ ਇੱਕ ਵਾਰ ਰੀਡ ਕਰਨਾ? Next ਕਰਾ ਦਿਓ ਮੈਮ। ਓਕੇ ਜੀ, ਦੈਨ ਬੱਚੇ ਕੈਮੀਕਲ ਪ੍ਰੋਪਰਟੀਜ਼ ਦੇ ਬੇਸ ਤੇ ਮੈਟਲ ਤੇ ਨਾਨ ਮੈਟਲਸ ਨੂੰ ਹੀ ਡਿਫਰੈਂਸ਼ੀਏਟ ਕਰਨਾ ਹੈ। ਇਹ ਆਪਾਂ ਟੇਬਲ ਬੁੱਕ ਚੋਂ ਕੀਤਾ ਸੀ, ਤੁਸੀਂ ਉੱਥੋਂ ਯਾਦ ਕਰ ਲਿਓ। ਤੇ ਮੈਟਲਸ ਜਿਹੜੀਆਂ ਉਹ ਬੇਸਿਕ ਆਕਸਾਈਡ ਬਣਾਉਂਦੀਆਂ ਜਾਂ ਐਮਫੋਟੈਰਿਕ, ਹੁਣੇ ਹੀ ਆਪਾਂ ਡਿਸਕਸ ਕੀਤਾ ਹੈ ਨਾ। ਬੇਸਿਕ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ, ਜਿਹੜੇ ਰੈੱਡ ਨੂੰ ਬਲੂ ਕਰਦੇ ਆ ਲਿਟਮਸ ਪੇਪਰ ਨੂੰ। ਐਮਫੋਟੈਰਿਕ ਹੁੰਦੇ ਆ ਜਿਹੜੇ ਬੇਸਿਕ ਤੇ ਐਸਿਡਿਕ ਦੋਨਾਂ ਤਰ੍ਹਾਂ ਬਿਹੇਵ ਕਰ ਸਕਦੇ ਆ। ਨਾਨ ਮੈਟਲ ਦਾ ਐਸਿਡਿਕ ਤੇ ਨਿਊਟਰਲ ਵੀ ਆਪਾਂ ਹੁਣੇ ਡਿਸਕਸ ਕਰ ਲਿਆ। ਹੁਣੇ ਆਪਾਂ ਇੱਕ ਕੁਐਸਚਨ ਕੀਤਾ ਸੀ ਵੀ ਮੈਟਲਸ ਜਿਹੜੀਆਂ ਰਿਪਲੇਸ ਕਰਦੀਆਂ ਹਾਈਡਰੋਜਨ ਨੂੰ ਐਸਿਡ ਤੋਂ ਤੇ ਸਾਲਟ ਫਾਰਮ ਕਰਦੀਆਂ। ਨਾਨ ਮੈਟਲਸ ਜਿਹੜੀਆਂ ਹੁੰਦੀਆਂ ਐਸਿਡ ਤੋਂ ਹਾਈਡਰੋਜਨ ਨੂੰ ਰਿਪਲੇਸ ਨਹੀਂ ਕਰ ਸਕਦੀਆਂ। ਠੀਕ ਹੈ, ਕਲੋਰੀਨ ਦੇ ਨਾਲ ਮਿਲ ਕੇ ਮੈਟਲ ਕਲੋਰਾਈਡ ਬਣਾਉਂਦੇ ਆ, ਜਿਹੜੇ ਕਿ ਇਲੈਕਟ੍ਰੋਵੇਲੈਂਟ ਹੁੰਦੇ ਆ ਜਾਂ ਆਇਨਿਕ ਕਹਿ ਦਿੰਦੇ ਆ ਆਪਾਂ ਉਹਨਾਂ ਨੂੰ। ਠੀਕ ਹੈ, ਬਟ ਕਲੋਰੀਨ ਦੇ ਨਾਲ ਮਿਲ ਕੇ ਨਾਨ ਮੈਟਲਸ ਆ ਜਿਹੜੇ ਉਹ ਕਲੋਰਾਈਡ ਬਣਾਉਂਦੇ ਆ, ਜਿਹੜੇ ਕਿ ਕੋਵੈਲੈਂਟ ਹੁੰਦੇ ਆ। ਠੀਕ ਹੈ, ਹਾਈਡਰੋਜਨ ਦੇ ਨਾਲ ਮਿਲ ਕੇ ਕੁਝ ਮੈਟਲਸ ਆ ਜਿਹੜੀਆਂ ਉਹ ਹਾਈਡਰਾਈਡਸ ਬਣਾਉਂਦੀਆਂ, ਜਿਹੜੀਆਂ ਕਿ ਇਲੈਕਟ੍ਰੋਵੇਲੈਂਟ ਹੁੰਦੇ ਆ। ਇਲੈਕਟ੍ਰੋਵੇਲੈਂਟ ਮਤਲਬ ਆਇਨਿਕ ਹਾਈਡਰਾਈਡ ਫਾਰਮ ਕਰਦੇ ਆ, ਹਾਈਡਰੋਜਨ ਦੇ ਨਾਲ ਰਿਐਕਟ ਕਰਕੇ ਮੈਟਲਸ ਆ ਜਿਹੜੇ। ਠੀਕ ਹੈ, ਬਟ ਨਾਨ ਮੈਟਲਸ ਜਿਹੜੇ ਆ ਉਹ ਕੋਵੈਲੈਂਟ ਹਾਈਡਰਾਈਡ ਫਾਰਮ ਕਰਦੇ ਆ। ਠੀਕ ਹੈ ਜੀ, ਕਲੀਅਰ ਹੈ ਬੱਚੇ? ਬਾਕੀ ਜਿਹੜੇ ਪੁਆਇੰਟ ਆਪਾਂ ਬੁੱਕ ਤੋਂ ਕੀਤੇ ਆ ਉਹ ਵੀ ਤੁਸੀਂ ਕਰ ਲੈਣੇ ਆ। ਠੀਕ ਹੈ, ਨੈਕਸਟ ਆਪਣੇ ਕੋਲ ਕੁਐਸਚਨ ਸੀਗਾ ਵੀ ਇੱਕ ਜਿਹੜਾ ਪਰਸਨ ਆ ਕੋਈ ਵੀ ਗੋਲਡ ਸਮਿਥ ਬਣ ਕੇ ਹੈ ਨਾ, ਉਹ ਡੋਰ ਟੂ ਡੋਰ ਜਾਂਦਾ ਤੇ ਉਹ ਕਹਿੰਦਾ ਹੈਗਾ ਵੀ ਜਿਹੜਾ ਤੁਹਾਡਾ 올ਡ ਤੇ ਡਲ ਔਰਨਾਮੈਂਟਸ ਆ, 골ਡ ਦੇ ਗਹਿਣੇ ਆ, ਉਹਨਾਂ ਦੀ ਜਿਹੜੀ ਮਤਲਬ ਚਮਕ ਗਈ ਹੋਈ ਆ, ਮੈਂ ਫਿਰ ਨਵੇਂ ਬਣਾ ਦੂੰਗਾ। ਇੱਕ ਲੇਡੀ ਕੀ ਕਰਦੀ ਆ, ਆਪਦੀਆਂ 골ਡ ਬੈਂਗਲਸ ਦਾ ਸੈੱਟ ਉਹਨੂੰ ਦੇ ਦਿੰਦੀ ਹੈ। ਠੀਕ ਹੈ, ਤੇ ਉਹ ਕੀ ਕਰਦਾ, ਉਹਨਾਂ ਬੈਂਗਲਸ ਨੂੰ ਨਾ ਇੱਕ ਪਾਰਟਿਕੂਲਰ ਸੋਲਿਊਸ਼ਨ ਦੇ ਵਿੱਚ ਡਿਪ ਕਰਦਾ। ਠੀਕ ਹੈ, ਜਦੋਂ ਉਹਨਾਂ ਨੂੰ ਡਿਪ ਕਰਦਾ ਹੈਗਾ ਤੇ ਉਹ ਜਮਾਂ ਨਵੀਆਂ ਨਵੀਆਂ ਬਣ ਜਾਂਦੀਆਂ, ਬਟ ਉਹਨਾਂ ਦਾ ਜਿਹੜਾ weight ਆ ਉਹ ਬਹੁਤ ਰਿਡਿਊਸ ਹੋ ਜਾਂਦਾ, weight ਘਟ ਜਾਂਦਾ। ਲੇਡੀ ਅਪਸੈਟ ਹੋ ਜਾਂਦੀ ਹੈ, ਪਰ ਉਹ ਮਤਲਬ ਕਿ ਜਿਹੜਾ ਬੰਦਾ ਉਹ ਮੰਨਦਾ ਹੀ ਨਹੀਂ ਆਪਣੀ ਗੱਲ ਨੂੰ। ਉਹ ਕਹਿੰਦਾ ਮੈਂ ਤਾਂ ਤੁਹਾਨੂੰ ਸਾਫ਼ ਕਰਕੇ ਦਿੱਤੀਆਂ, ਤੁਸੀਂ ਉੱਪਰੋਂ ਮੈਨੂੰ ਹੀ ਕਹਿ ਰਹੇ ਹੋ, ਹਨਾ। ਤਾਂ ਤੁਸੀਂ ਡਿਟੈਕਟਿਵ ਬਣ ਕੇ ਦੱਸ ਸਕਦੇ ਆ ਵੀ ਉਹਨੇ ਕਿਹੜਾ ਸੋਲਿਊਸ਼ਨ ਯੂਜ਼ ਕੀਤਾ। ਠੀਕ ਹੈ, ਤੇ ਇਹਦਾ ਆਨਸਰ ਹੈ ਬੱਚੇ ਐਕੁਆ ਰੇਗੀਆ, ਜਿਹੜਾ ਮੈਂ ਤੁਹਾਨੂੰ ਪੜ੍ਹਾਇਆ ਵੀ ਸੀ। ਰਾਇਲ ਵਾਟਰ ਦੱਸਿਆ ਸੀ ਨਾ ਮੈਂ, ਰਾਇਲ ਵਾਟਰ ਹੁੰਦਾ ਹੈਗਾ, ਤਾਂ ਰਾਇਲ ਵਾਟਰ ਦੇ ਵਿੱਚ ਇੱਕ ਪਾਰਟ ਤਾਂ ਹੁੰਦਾ ਹੈਗਾ ਨਾਈਟ੍ਰਿਕ ਐਸਿਡ ਦਾ, 3 ਪਾਰਟ ਹੁੰਦੇ ਆ ਹਾਈਡਰੋਕਲੋਰਿਕ ਐਸਿਡ ਦੇ। ਠੀਕ ਹੈ, 1:3 ਚ ਹੁੰਦਾ
ਕੰਸਨਟ੍ਰੇਟਡ HNO3 ਤੇ ਕੰਸਨਟ੍ਰੇਟਡ HCl। ਠੀਕ ਹੈ, ਐਕਵਾ ਰੇ ਕੀ ਆ, 골ਡ ਜਿਹੜਾ ਉਹਨੂੰ ਡਿਜ਼ੋਲਵ ਕਰ ਲੈਂਦਾ, ਜਿਹਦੇ ਕਰਕੇ weight ਘਟ, ਬੈਂਗਲਸ ਦਾ weight ਘਟ ਜਾਂਦਾ ਤੇ ਘਰੇ ਜਾ ਕੇ ਉਹ ਸੂਟੇਬਲ ਟ੍ਰੀਟਮੈਂਟ ਦੇ ਨਾਲ ਨਾ ਜਿਹੜਾ ਬੰਦਾ ਸੀਗਾ ਉਹ ਘਰੇ ਜਾ ਕੇ ਉਹ 골ਡ ਅਲੱਗ ਕਰ ਲੂਗਾ। ਮਤਲਬ ਕਿ ਇੱਕ ਤਰ੍ਹਾਂ ਨਾਲ ਸੋਨੇ ਦੀ ਚੋਰੀ ਦਾ ਇਹ ਡਿਫਰੈਂਟ ਮੈਥਡ ਆ, ਵੀ ਉਹ ਉਵੇਂ ਚੋਰੀ ਵੀ ਨਹੀਂ ਕਰਕੇ ਗਿਆ ਹਨਾ, ਤੇ 골ਡ ਜਿਹੜਾ ਹੈਗਾ ਉਹਨੇ ਚੁਰਾ ਵੀ ਲਿਆ। ਠੀਕ ਹੈ, ਓਕੇ ਜੀ। ਯੈਸ ਮੈਮ। ਦੱਸਿਆ ਵੀ ਸੀ ਵੀ 골ਡ ਦੇ ਜਿਹੜੇ ornament ਆ ਘਰੇ ਹੀ ਸਾਫ਼ ਕਰ ਲਿਆ ਕਰੋ ਫਿਰ। ਠੀਕ ਹੈ, ਨੈਕਸਟ ਬੱਚੇ ਲਾਸਟ ਕੁਐਸਚਨ ਹੈ ਕਿ ਰੀਜ਼ਨ ਦੱਸਣੇ ਆ ਤੁਸੀਂ, ਕਾਪਰ ਜਿਹੜਾ ਹੈਗਾ ਉਹਨੂੰ ਆਪਾਂ ਹੌਟ ਵਾਟਰ ਟੈਂਕ ਬਣਾਉਣ ਲਈ ਕਿਉਂ ਯੂਜ਼ ਕਰਦੇ ਆ, ਗਰਮ ਪਾਣੀ ਵਾਲੇ ਜਿਹੜੇ ਟੈਂਕ ਹੁੰਦੇ ਆ, ਸਟੀਲ ਨੂੰ ਕਿਉਂ ਨਹੀਂ ਯੂਜ਼ ਕਰਦੇ। ਜਿਵੇਂ ਆਪਣੇ ਹੀਟਰ ਵਗੈਰਾ ਹੁੰਦੇ ਉਹਨਾਂ ਵਿੱਚ ਵੀ ਕਹਿੰਦੇ ਹੁੰਦੇ ਨਾ ਕਾਪਰ ਦਾ ਵੀ ਹੈਗਾ, ਅੰਦਰ ਕਾਪਰ ਲਾਈਨਿੰਗ ਲੱਗੀ ਹੋਈ ਆ, ਤੇ ਸਟੀਲ ਨੂੰ ਨਹੀਂ ਆਪਾਂ ਯੂਜ਼ ਕਰਦੇ। ਕਿਉਂ ਨਹੀਂ ਯੂਜ਼ ਕਰਦੇ? ਇੱਕ ਤਾਂ ਕਾਪਰ ਬੈਟਰ ਕੰਡਕਟਰ ਹੈ ਹੀਟ ਦਾ ਸਟੀਲ ਨਾਲੋਂ, ਦੂਜਾ ਕਾਪਰ ਦੀ ਕਰੋਜ਼ਨ ਨਹੀਂ ਈਜ਼ੀਲੀ ਹੁੰਦੀ ਬਟ ਸਟੀਲ ਦੀ ਕਰੋਜ਼ਨ ਹੋ ਜਾਂਦੀ ਹੈ। ਤੀਸਰਾ ਜਿਹੜਾ ਹੈਗਾ ਕਾਪਰ ਉਹ ਵਾਟਰ ਦੇ ਨਾਲ ਰਿਐਕਟ ਨਹੀਂ ਕਰਦਾ ਕਿਸੇ ਵੀ ਟੈਂਪਰੇਚਰ ਤੇ, ਬਟ ਜਿਹੜਾ ਸਟੀਲ ਆ ਉਹਦੇ ਵਿੱਚ ਆਇਰਨ ਹੋਣ ਕਰਕੇ ਉਹ ਵਾਟਰ ਨਾਲ ਰਿਐਕਟ ਕਰਨ ਲੱਗ ਜਾਂਦਾ ਜਦੋਂ ਗਰਮ ਕਰਦੇ ਆ ਆਪਾਂ। ਠੀਕ ਹੈ ਜੀ, ਕਲੀਅਰ ਹੈ ਬੱਚੇ? ਯੈਸ ਮੈਮ। ਓਕੇ ਜੀ, ਦੈਨ ਬੱਚੇ ਆਪਾਂ ਇੱਥੋਂ ਤੱਕ ਕਰਾਂਗੇ। ਠੀਕ ਹੈ, ਹੁਣ ਤੁਸੀਂ ਦੇਖੋ ਕੱਲ ਨੂੰ ਮੈਨੂੰ ਯਾਦ ਕਰਵਾ ਦਿਓ ਜੇ ਮੈਂ ਭੁੱਲ ਵੀ ਜਾਵਾਂ। ਇੱਕ ਤਾਂ ਆਪਾਂ ਕਰਨਾ ਹੈਗਾ ਰਿਫਾਈਨਿੰਗ ਆਫ ਮੈਟਲ, ਉਹ ਰਿਵਾਈਜ਼ ਕਰਵਾਉਣਾ। ਇੱਕ ਮੈਂ ਇਲੈਕਟ੍ਰੋਨ ਡਾਟ ਸਟਰਕਚਰ ਕਰਵਾਉਣਾ, ਤੇ ਉਹਦੇ ਨਾਲ ਤੁਹਾਡਾ ਜਿਹੜਾ ਚੈਪਟਰ ਆ ਉਹ ਆਈ ਥਿੰਕ 5th 6th ਟਾਈਮ ਰਿਵਾਈਜ਼ ਹੋ ਜਾਊਗਾ ਹਰ ਤਰ੍ਹਾਂ ਨਾਲ। ਠੀਕ ਹੈ।